Hello students, welcome in Gurinder Arts. Today's video is about speaking part 1 and part 3. This video will be really beneficial for us students who are in lack of ideas. Now I am going to talk about a foreign language along with nice vocabulary. ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਤੁਹਾਨੂੰ ਲੈਂਗੁਏਜ ਤੇ ਵੀ ਫੋਰਨ ਲੈਂਗੁਏਜ ਦੇ ਕੁਐਸਚਨਸ ਨੇ ਤੇ ਨਾਲ ਉਹਨਾਂ ਦੀ ਵੋਕੈਬਲਰੀ ਵੀ ਦੱਸੀ ਜਾਊਗੀ। ਇੱਕ ਕੁਐਸਚਨ ਤੋਂ ਬਾਅਦ ਉਸ ਦੀ ਪੰਜਾਬੀ ਵੀ ਦੱਸੀ ਜਾਊਗੀ, ਇਹਦਾ ਮੀਨਿੰਗ ਕੀ ਹੈ, ਤਾਂ ਕਿ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਕਲੈਰਿਟੀ ਹੋ ਜੇ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਣਾ। ਨਾਓ ਲੈਟਸ ਸਟਾਰਟ। First question, how many languages can you speak? I can speak mainly 3 languages, Punjabi, Hindi and English. ਹਾਂਜੀ ਸਟੂਡੈਂਟਸ, ਇਸ ਦਾ ਮੀਨਿੰਗ ਬਣਿਆ ਤੁਸੀਂ ਕਿੰਨੀਆਂ ਲੈਂਗੁਏਜਸ ਬੋਲ ਸਕਦੇ ਹੋ। ਮੈਂ ਖਾਸ ਕਰਕੇ 3 ਲੈਂਗੁਏਜਸ ਬੋਲ ਸਕਦਾ ਹਾਂ, ਪੰਜਾਬੀ, ਹਿੰਦੀ ਐਂਡ ਇੰਗਲਿਸ਼। ਨਾਓ ਸੈਕਿੰਡ ਕੁਐਸਚਨ, how did you learn English? Even though I started studying English in my primary school, but after finishing my schooling, I attended English language coaching classes to hone my language skill, apart from taking the help of internet. ਹਾਂਜੀ, ਈਵਨ ਦੋ ਦਾ ਮੀਨਿੰਗ ਹੈਗਾ ਭਾਵੇਂ ਮੈਂ ਜਿਹੜੀ ਇੰਗਲਿਸ਼ ਹੈਗੀ ਉਹ ਆਪਣੇ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ, ਬਟ ਜਦੋਂ ਮੈਂ ਆਪਣਾ ਸਕੂਲ ਖ਼ਤਮ ਕੀਤਾ ਤਾਂ ਮੈਂ ਇੰਗਲਿਸ਼ ਲੈਂਗੁਏਜ ਕੋਚਿੰਗ ਕਲਾਸਿਸ ਨੂੰ ਜੁਆਇਨ ਕੀਤਾ ਤਾਂ ਕਿ ਮੈਂ ਆਪਣੀ ਲੈਂਗੁਏਜ ਸਕਿੱਲ ਨੂੰ ਜਿਹੜਾ ਪੋਲਿਸ਼ ਕਰ ਸਕਾਂ, ਅਤੇ ਇਸ ਤੋਂ ਇਲਾਵਾ ਮੈਂ ਇੰਟਰਨੈਟ ਦੀ ਹੈਲਪ ਵੀ ਲਈ। ਡੂ ਯੂ ਥਿੰਕ ਲਰਨਿੰਗ ਇੰਗਲਿਸ਼ ਇਜ਼ ਡਿਫੀਕਲਟ? ਯੈਸ, ਆਈ ਥਿੰਕ ਸੋ। ਇਟ ਸੀਮਸ ਡਿਫੀਕਲਟ ਐਟ ਦ ਬਿਗਨਿੰਗ, but gradually by practice along with good guidance we can learn any new language easily. ਜੇ ਇਸ ਦੀ ਪੰਜਾਬੀ ਬਣੀ ਵੀ ਕੀ ਤੁਸੀਂ ਸੋਚਦੇ ਹੋ ਵੀ ਜਿਹੜੀ ਇੰਗਲਿਸ਼ ਲੈਂਗੁਏਜ ਹੈਗੀ ਵੀ ਉਹ ਡਿਫੀਕਲਟ ਹੈ ਸਿੱਖਣੀ, ਤਾਂ ਇਹਦੇ ਵਿੱਚ ਆਪਾਂ ਨੇ ਕਿਹਾ ਵੀ ਕਿ ਹਾਂ ਮੈਂ ਵੀ ਇਹੀ ਸੋਚਦਾ। ਆਈ ਥਿੰਕ ਸੋ ਦਾ ਮੀਨਿੰਗ ਹਾਂ ਮੈਂ ਵੀ ਇਹੀ ਸੋਚਦਾ। ਇਟ ਸੀਮਸ ਦਾ ਮਤਲਬ ਮੈਨੂੰ ਲੱਗਦਾ ਹੈ ਕਿ ਸਟਾਰਟਿੰਗ 'ਤੇ ਸਿੱਖਣੀ ਔਖੀ ਹੁੰਦੀ ਹੈ, ਸਟਾਰਟਿੰਗ 'ਤੇ ਸਿੱਖਣੀ ਔਖੀ ਲੱਗਦੀ ਹੈ, ਬਟ ਗ੍ਰੈਜੂਅਲੀ ਮੀਨਸ ਹੌਲੀ ਹੌਲੀ ਪ੍ਰੈਕਟਿਸ ਦੇ ਨਾਲ ਨਾਲ ਗੁੱਡ ਗਾਈਡੈਂਸ ਜੇ ਮਿਲ ਜੇ ਤਾਂ ਕੋਈ ਵੀ ਨਵੀਂ ਲੈਂਗੁਏਜ ਸਿੱਖਣੀ ਹੈਗੀ ਜਿਹੜੀ ਉਹ ਸੌਖੀ ਹੋ ਜਾਂਦੀ ਆ। ਨੈਕਸਟ ਇਜ਼, ਵਿਚ ਪਾਰਟ ਆਫ ਇੰਗਲਿਸ਼ ਡਿਡ ਯੂ ਫਾਈਂਡ ਡਿਫੀਕਲਟ? ਇਨੀਸ਼ੀਅਲੀ ਲਰਨਿੰਗ ਹਾਊ ਟੂ ਪ੍ਰੋਨਾਊਂਸ ਵਰਡਸ ਕਰੈਕਟਲੀ was an uphill task for me because there are countless words that have a different pronunciation from their spellings. I had to listen to words frequently to learn exact pronunciation. ਹਾਂਜੀ, ਇਨੀਸ਼ੀਅਲੀ ਦਾ ਮੀਨਿੰਗ ਹੁੰਦਾ ਸਟਾਰਟਿੰਗ 'ਤੇ, ਸ਼ੁਰੂਆਤ 'ਤੇ ਇੰਗਲਿਸ਼ ਨੂੰ ਦੇ ਜਿਹੜੇ ਵਰਡਸ ਨੇ ਉਹਨਾਂ ਨੂੰ ਪ੍ਰੋਨਾਊਂਸ ਕਰਨਾ, ਸਹੀ ਪ੍ਰੋਨਾਊਂਸ ਕਰਨਾ ਇੱਕ ਮੇਰੇ ਲਈ ਔਖਾ ਕੰਮ ਸੀ। ਅਪਹਿਲ ਟਾਸਕ ਮੀਨਸ ਔਖਾ ਕੰਮ ਸੀ, ਕਿਉਂਕਿ ਬਹੁਤ ਸਾਰੇ ਵਰਡਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਪ੍ਰੋਨਾਂਸੀਏਸ਼ਨ ਡਿਫਰੈਂਟ ਹੁੰਦੀ ਆ ਅਤੇ ਸਪੈਲਿੰਗ ਡਿਫਰੈਂਟ ਹੁੰਦੇ ਨੇ, ਤਾਂ ਮੈਨੂੰ ਉਹਨਾਂ ਵਰਡਸ ਨੂੰ ਵਾਰ-ਵਾਰ ਫਰੀਕੁਐਂਟਲੀ ਮੀਨਸ ਵਾਰ-ਵਾਰ ਰਿਪੀਟ ਕਰਕੇ ਉਹਨਾਂ ਦੀ ਐਗਜੈਕਟ ਪ੍ਰੋਨਾਂਸੀਏਸ਼ਨ ਸਿੱਖਣੀ ਪਈ। Is there any language do you want to learn in future? No, I am afraid of learning a new language. Instead of learning a new one, I want to put my full energy on my further study as well as on my hobbies. ਕੀ ਤੁਸੀਂ ਕੋਈ ਨਵੀਂ ਲੈਂਗੁਏਜ ਸਿੱਖਣੀ ਚਾਹੁੰਦੇ ਹੋ ਫਿਊਚਰ ਦੇ ਵਿੱਚ? ਨਹੀਂ, ਮੈਨੂੰ ਡਰ ਲੱਗਦਾ ਹੈ। ਆਈ ਐਮ ਅਫਰੇਡ ਆਫ, ਮੈਨੂੰ ਨਵੀਂ ਲੈਂਗੁਏਜ ਸਿੱਖਣ ਤੋਂ ਡਰ ਲੱਗਦਾ। ਇਨਸਟੈਡ ਆਫ ਮੀਨਸ ਦੀ ਬਜਾਏ, ਨਵੀਂ ਲੈਂਗੁਏਜ ਸਿੱਖਣ ਦੀ ਬਜਾਏ ਮੈਂ ਆਪਣੀ ਫੁੱਲ ਐਨਰਜੀ ਹੈਗੀ ਜਿਹੜੀ ਉਹ ਆਪਣੀ ਆਉਣ ਵਾਲੀ ਸਟੱਡੀ 'ਤੇ ਸਪੈਂਡ ਕਰਨੀ ਚਾਹੁੰਦੀ ਹਾਂ ਐਂਡ ਨਾਲੇ ਮੇਰੇ ਹੌਬੀਜ਼ 'ਤੇ। ਵਾਈ ਡੂ ਮੋਰ ਐਂਡ ਮੋਰ ਪੀਪਲ ਲਰਨ ਇੰਗਲਿਸ਼? ਫਸਟ ਆਫ ਆਲ, ਡਿਊ ਟੂ ਗੈਟਿੰਗ ਬੈਟਰ ਜੋਬ ਪ੍ਰੋਸਪੈਕਟਸ, ਪੀਪਲ ਲਰਨ ਇੰਗਲਿਸ਼ as employers tend to hire those candidates who are fluent in speaking English. Learning English has become a need of an hour. In fact, English has become a vital part of international work culture. Moreover, students who want to get higher education at foreign turf can easily survive over there if they know English very well. ਜ਼ਿਆਦਾ ਤੋਂ ਜ਼ਿਆਦਾਤਰ ਲੋਕ ਇੰਗਲਿਸ਼ ਕਿਉਂ ਸਿੱਖਣੀ ਚਾਹੁੰਦੇ ਨੇ? ਸਭ ਤੋਂ ਪਹਿਲਾ ਰੀਜ਼ਨ ਇਹ ਹੈ, ਬੈਟਰ ਜੋਬ ਪ੍ਰੋਸਪੈਕਟ ਮੀਨਸ ਵਧੀਆ ਜੋਬ ਪ੍ਰਾਪਤ ਕਰਨ ਦੇ ਲਈ, ਜੋਬ ਅਪਰਚੁਨਿਟੀਜ਼ ਨੂੰ ਪ੍ਰਾਪਤ ਕਰਨ ਦੇ ਲਈ ਲੋਕ ਇੰਗਲਿਸ਼ ਸਿੱਖਦੇ ਨੇ, ਕਿਉਂਕਿ ਜਿਹੜੇ ਇੰਪਲਾਇਰਸ ਨੇ ਟੈਂਡ ਟੂ ਮਤਲਬ ਆਮ ਤੌਰ 'ਤੇ ਹਾਇਰ ਮਤਲਬ ਭਰਤੀ ਕਰਦੇ ਨੇ, ਹਾਇਰ ਕਰਦੇ ਨੇ ਉਹਨਾਂ ਕੈਂਡੀਡੇਟਸ ਨੂੰ ਜਿਹੜੀ ਇੰਗਲਿਸ਼ ਬੋਲਣ ਦੇ ਵਿੱਚ ਫਲੂਐਂਟ ਨੇਗੇ, ਠੀਕ ਹੈ। ਅਤੇ ਅੱਜ ਕੱਲ੍ਹ ਜਿਹੜੀ ਇੰਗਲਿਸ਼ ਹੈਗੀ ਉਹ ਕੀ ਬਣ ਚੁੱਕੀ ਹੈ? ਨੀਡ ਆਫ ਐਨ ਆਰ ਮੀਨਸ ਅੱਜ ਦੀ ਜ਼ਰੂਰਤ ਬਣ ਚੁੱਕੀ ਹੈ ਇੰਗਲਿਸ਼ ਸਿੱਖਣਾ। ਅਸਲ ਵਿੱਚ ਜਿਹੜੀ ਇੰਗਲਿਸ਼ ਹੈਗੀ ਉਹ ਇੱਕ ਇੰਪੋਰਟੈਂਟ ਪਾਰਟ ਬਣ ਗਈ ਆ
किस चीज़ का इंपॉर्टेंट पार्ट बन गया इंटरनेशनल वर्क कल्चर का। कहण तो भाव जे तुसीं क्रॉस कंट्री भी काम करना फॉरन कंट्री च भी काम करना है तो तुहानूं इंग्लिश आउणी जरूरी आ। मोर ओवर इस तो इलावा जिहड़े स्टूडेंट्स ने अपनी एजुकेशन अगी जिहड़ी फॉरन धरती ते टर्फ मीनज लैंड धरती फॉरन भूमि ते अपनी जिहड़ी एजुकेशन हैगी उहनूं प्राप्त करनी चाहुंदे आ तो उत्थे उन्हां नूं सर्वाइव करना सौखा हो जाता, उन्हां नूं कोई प्रॉब्लम का सामना नहीं करना पैंदा क्योंकि जे उन्हां नूं इंग्लिश वधिया आउंदी होवेगी। नैक्सट क्वेश्चन, वट आर बेनिफिट्स ऑफ लर्निंग फॉरन लैंग्वेज? First of all, a person can easily communicate with others who belong to another country. Moreover, a multilingual person can get job easily either at his home country or overseas. Not only this, a person can read books in a foreign language that helps in enhancing horizons of knowledge regarding exotic culture and tradition. In this respect, a person can quench his thirst of knowledge regarding other societies. हाँ जी, फॉरन लैंगुएज सीखण दे की बेनीफिट्स ने? सब तो पहला बेनीफिट्स आ जिहड़ा परसन फॉरन लैंगुएज सीख लैंदा वो सौखे तौर पर कम्यूनीकेट कर सकदा गा किसी होर कंट्री के परसन दे नाल। इस तो इलावा जिहड़ा मल्टीलिंगुअल मतलब जिन्होंने 2 तो वध लैंगुएज आउंदियां ने उसनूं मल्टीलिंगुअल कह दिंदे ने। जिहड़ा परसन हैगा उहनूं जॉब ईजली मिल जाती है, चाहे उहदी आपदी कंट्री की गल करिए होम कंट्री मीनस, चाहे ओवरसीज मतलब विदेश दे विच विदेशी कंट्री। सिर्फ यही नहीं, वो परसन है जिहड़ा जिन्हों इंग्लिश वधिया आउंदी है जां कोई भी फॉरन लैंगुएज कर लो कि वधिया आउंदी है तो वो परसन उत्थों दी जो टैक्सट बुक्स ने या उस लैंगुएज दे विच जिहड़ियां बुक्स पबलिश होंदियां ने उन्हां नूं जे पढ़ लैंदा तो उहदे नाल उहदी जिहड़ी नॉलेज का दायरा गा हॉरिजन्स ऑफ नॉलेज मीनस नॉलेज का दायरा गा जिहड़ा वो की हैगा वध जांदा गा। काहदे प्रति किहड़ियां चीज़ां सीख सकदा हो? एग्जॉटिक कल्चर विदेशी कल्चर ते ट्रैडिशन जिन्हों सीख लैंदा परसन। इस तरीके दे नाल जिहड़ा परसन आ क्विंच मतलब बुझाउणा, थ्रस्ट मीनज प्यास, अपनी नॉलेज की प्यास नूं बुझा लैंदा जिहड़ी कि वो दूसरियां सोसाइटी के बारे कोई नॉलेज इकट्ठी करनी चाहुंदा वो सारियां चीज़ां दी इनफॉर्मेशन वो फॉरन लैंगुएज सीख के लै सकदा है। Does age matter in learning foreign language? No, I do not think so. It seems to me that children as well as adults can learn foreign language if they do hard work apart from having a greater willpower. Moreover, learning language depends on practice and time that a person devotes. हाँ जी, भी की एज मैटर करती है कोई लैंगुएज सीखण वास्ते जो फॉरन लैंगुएज सीखनी होवे? आपां की कहें आंसर दे विच कि नहीं, मैं इस तरह नहीं सोचदा कि मैनू इस तरह लगता है कि चिल्ड्रन भी अडल्ट्स भी लैंगुएज नूं सीख सकते हैं जे वो सख्त मेहनत करन ते इस दे नाल की करन उन्हां दी एक जिहड़ी इच्छा शक्ति है किसी चीज़ नूं सीखण दे प्रति जिहड़ी उन्हां दी विल पावर आ वो स्ट्रोंग होवे। ते इस तो इलावा जिहड़ी लैंगुएज सीखनी हैगी वो एक प्रैक्टिस ते डिपेंड करदी है, टाइम ते डिपेंड करदी है। जिहड़ा एक परसन समर्पित करदा अपना टाइम दिंदा है, डिवोट मीनस टाइम देना, इन्हां चीज़ां ते डिपेंड करदा लैंगुएज सीखना, ना कि एज ते मैटर है। नेक्स्ट क्वेश्चन, हू कैन लर्न लैंगुएज ईजली, चिल्ड्रन और अडल्ट्स? आई थिंक चिल्ड्रन कैन लर्न लैंगुएज ईजली एज कंपेयर टू अडल्ट्स बिकॉज चिल्ड्रन आर रिसेप्टिव एंड इमिटेटर बाई नेचर. They do not feel shy if they make a mistake while learning English or any kind of foreign language, whereas adults seem to be reluctant in this case. Besides, children are free from worldly responsibilities, so they have fresh minds to store new things comfortably, while adults cannot focus enough due to countless responsibilities. So I feel that children can grab language easily. हाँ जी, इस क्वेश्चन के विच ये पूछा गया कि जिहड़ी भी फॉरन लैंगुएज आ उहनूं चिल्ड्रन पहलां सीख लैंदे ने जां अडल्ट्स छेती सीख लैंदे ने। तां मेरा पॉइंट ऑफ व्यू ये है कि बच्चे आ जिहड़े इस लैंगुएज नूं जल्दी सीख लैंदे ने अडल्ट्स के मुकाबले। क्यों? जिहड़े चिल्ड्रन हुंदे ने वो ज़्यादा रिसैप्टिव हुंदे ने, किसी चीज़ नूं छेती ऑबजर्व कर लैंदे ने, छेती ग्रहण कर लैंदे ने। इमीटेटर वो कॉपी कर लैंदे ने दूसरिਆਂ नूं, उन्हां दी नेचर है ये। इस तरह वो शाई भी नहीं फील करते जे मतलब कि उन्हां तो कोई मिसटेक हो जाती आ लैंगुएज सीखते हुए। बट जिहड़े अडल्ट्स नेगे वो की नेगे थोड़े हैजीटेट हो जाते नेगे, थोड़े झिझक जाते हैं। रिलैक्टेंट का मतलब झिझकना। इस तो इलावा बिसाइड्स मीनस इस तो इलावा जिहड़े चिल्ड्रन नेगे वो वर्ल्डली जिहड़ियां रिस्पोंसिबिलिटीज़ ने उन्होंने कोई टेंशन नहीं होंदी, उन्होंने तो फ्री होंदे ने। मीनस उन्होंने फ्रैश माइंड होंदे आ, वो नवीं चीज़ों नूं की आ कंफर्टेबली आराम दे नाल उन्होंने सीख सकते हैं, स्टोर कर सकते आ।
बट ਜਿਹੜੇ ਅਡਲਟਸ ਨੇਗੇ ਉਹਨਾਂ ਦਾ ਜਿਹੜਾ ਇੰਨਾ ਫੋਕਸ ਨਹੀਂ ਹੁੰਦਾ ਗਾ, ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਅਣਗਿਣਤੀ ਉਹਨਾਂ ਦੀਆਂ ਰਿਸਪੋਂਸੀਬਿਲਿਟੀਜ਼ ਹੁੰਦੀਆਂ ਨੇ, ਜਿਨ੍ਹਾਂ ਕਰਕੇ ਉਹਨਾਂ ਦੇ ਮਾਈਂਡ ਨਾ ਪਹਿਲਾਂ ਤੋਂ ਹੀ ਪ੍ਰੀ ਆਕੂਪਾਈਡ ਹੋਏ ਹੁੰਦੇ ਨੇ, ਮਤਲਬ ਕਿ ਬਿਜੀ ਹੁੰਦੇ ਨੇ, ਜਿਹਦੇ ਕਰਕੇ ਉਹ ਆਪਣਾ ਫੋਕਸ ਨਹੀਂ ਕਰ ਪਾਉਂਦੇ। ਇਸ ਤਰੀਕੇ ਨਾਲ ਜਿਹੜੇ ਬੱਚੇ ਨੇਗੇ ਉਹ ਲੈਂਗੁਏਜ 'ਤੇ ਛੇਤੀ ਪਕੜ ਹਾਸਲ ਕਰ ਲੈਂਦੇ ਨੇ। ਗ੍ਰੈਬ ਮੀਨਸ ਕਿਸੇ ਚੀਜ਼ ਨੂੰ ਕੈਚ ਕਰ ਲੈਣਾ, ਪਕੜ ਕਰ ਲੈਣੀ, ਉਸ 'ਤੇ ਕਮਾਂਡ ਰੱਖ ਲੈਣੀ, ਇਹ ਹੁੰਦਾ ਗ੍ਰੈਬ ਦਾ ਮੀਨਿੰਗ। ਹਾਂਜੀ, ਇੱਕ ਚੀਜ਼ ਤੁਸੀਂ ਇੱਥੇ ਨੋਟ ਕਰੋ, ਜਦੋਂ ਆਪਾਂ ਕੋਈ ਕੰਪੈਰੀਜ਼ਨ ਕਰਨੀ ਆ ਤਾਂ ਕੰਪੈਰੀਜ਼ਨ ਕਰਨ ਦੇ ਲਈ ਕੰਪੈਰੀਜ਼ਨ ਕਨੈਕਟਰ ਆਉਣੇ ਬਹੁਤ ਜ਼ਰੂਰੀ ਨੇ। ਫੋਰ ਐਗਜ਼ਾਮਪਲ ਇਹਦੇ ਵਿੱਚ ਆਪਾਂ ਨੇ ਪਹਿਲਾਂ ਚਿਲਡਰਨ ਦੇ ਬਾਰੇ ਦੱਸਿਆ ਕਿ ਚਿਲਡਰਨ ਕੀ ਨੇ, ਕਿਵੇਂ ਲੈਂਗੁਏਜ ਨੂੰ ਛੇਤੀ ਸਿੱਖ ਲੈਂਦੇ ਨੇ। ਫਿਰ ਉਸ ਤੋਂ ਬਾਅਦ ਵੇਅਰ ਐਜ਼ ਪਾ ਕੇ ਅਡਲਟ ਦੀ ਗੱਲ ਕੀਤੀ ਆ ਕਿ ਜਦੋਂ ਕਿ ਅਡਲਟਸ ਇਸ ਤਰ੍ਹਾਂ ਨਹੀਂ ਕਰ ਸਕਦੇ, ਤਾਂ ਵੇਅਰ ਐਜ਼ ਹੋ ਗਿਆ ਜਿਹੜਾ ਇੱਕ। ਅੱਗੇ ਜਾ ਕੇ ਆਪਾਂ ਨੇ ਵਾਈਲ ਯੂਜ਼ ਕੀਤਾ। ਇਹ ਵੇਅਰ ਐਜ਼ ਅਤੇ ਵਾਈਲ ਦੋਨਾਂ ਦਾ ਮਤਲਬ ਜਦੋਂ ਕਿ ਹੋ ਗਿਆ, ਅਤੇ ਇਹ ਕੰਪੈਰੀਜ਼ਨ ਕਰਨੀ ਆ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ, ਤਾਂ ਉਦੋਂ ਇਹ ਦੋਨੋਂ ਵਰਡਸ ਵਿਚਾਲੇ ਤੁਸੀਂ ਯੂਜ਼ ਕਰ ਸਕਦੇ ਹੋ। ਇਹਨਾਂ ਨਾਲ ਤੁਹਾਡੀ ਜਿਹੜੀ ਲੈਂਗੁਏਜ ਦਾ ਆਨਸਰ ਹੈਗਾ, ਕੋਈ ਵੀ ਕਿਸੇ ਕੁਐਸਚਨ ਦਾ ਆਨਸਰ, ਉਹ ਬਹੁਤ ਜ਼ਿਆਦਾ ਨਾਈਸ ਬਣ ਜਾਂਦਾ। ਨੈਕਸਟ ਕੁਐਸਚਨ, ਡੂ ਯੂ ਥਿੰਕ ਚਿਲਡਰਨ ਸ਼ੁੱਡ ਸਟਾਰਟ ਲਰਨਿੰਗ ਫੋਰਨ ਲੈਂਗੁਏਜ ਐਟ ਦੇਅਰ ਅਰਲੀ ਈਅਰਸ? Yes, definitely. Foreign language should be taught to children because children generally try to copy everything. In this way, they can easily imbibe the sounds of the words of foreign language. Moreover, until finishing their school education, they get several years to practice. In this way, they become masters of that language. ਹਾਂਜੀ, ਇਸ ਕੁਐਸਚਨ ਦੇ ਵਿੱਚ ਇਹ ਪੁੱਛਿਆ ਗਿਆ ਵੀ ਜਿਹੜੇ ਬੱਚੇ ਨੇਗੇ, ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਿਹੜੀ ਲੈਂਗੁਏਜ ਹੈਗੀ ਉਹ ਆਪਣੇ ਸਟਾਰਟਿੰਗ ਈਅਰਸ 'ਤੇ ਹੀ, ਜਦੋਂ ਸਕੂਲ ਦੀ ਐਜੂਕੇਸ਼ਨ ਸਟਾਰਟ ਕਰ ਲੈਂਦੇ ਨੇ, ਉਦੋਂ ਹੀ ਸਿੱਖਣੀ ਚਾਹੀਦੀ ਆ? ਤਾਂ ਆਪਾਂ ਕਹਾਂਗੇ ਯੈਸ ਡੈਫੀਨੇਟਲੀ, ਵੀ ਹਾਂ, ਪੱਕੇ ਤੌਰ 'ਤੇ। ਕਿਉਂਕਿ ਜਿਹੜੀ ਲੈਂਗੁਏਜ ਆ ਜਦੋਂ ਬੱਚਿਆਂ ਨੂੰ ਛੋਟੀ ਏਜ ਦੇ ਵਿੱਚ ਹੀ ਸਿਖਾਉਣੀ ਸ਼ੁਰੂ ਕੀਤੀ ਜਾਂਦੀ ਹੈ, ਜਿਵੇਂ ਕਿ ਬੱਚਿਆਂ ਦੀ ਨੇਚਰ ਹੁੰਦੀ ਆ, ਉਹ ਹਰੇਕ ਚੀਜ਼ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ। ਇਸ ਤਰੀਕੇ ਨਾਲ ਇੰਬਾਈਬ ਹੈਗਾ, ਜਿਹੜਾ ਇੰਬਾਈਬ ਦਾ ਮਤਲਬ ਇੱਥੇ ਹੈਗਾ ਗ੍ਰਹਿਣ ਕਰਨਾ, ਓਬਜ਼ਰਵ ਕਰਨਾ। ਉਹ ਜਿਹੜੀ ਫੋਰਨ ਲੈਂਗੁਏਜ ਦੇ ਜਿਹੜੇ ਵਰਡਸ ਹੁੰਦੇ ਨੇ, ਸਾਊਂਡਸ ਹੁੰਦੀਆਂ ਜਿਹੜੀ ਉਹਨਾਂ ਨੂੰ ਛੇਤੀ ਹੈਗੀ ਜਿਹੜੀ ਉਹ ਓਬਜ਼ਰਵ ਕਰ ਲੈਂਦੇ ਨੇ, ਛੇਤੀ ਕਲਟੀਵੇਟ ਕਰ ਲੈਂਦੇ ਨੇ। ਤਾਂ ਇਸ ਤੋਂ ਇਲਾਵਾ ਜਿੰਨਾ ਚਿਰ ਉਹਨਾਂ ਨੇ ਸਕੂਲ ਦੀ ਐਜੂਕੇਸ਼ਨ ਨਹੀਂ ਖ਼ਤਮ ਕਰਨੀ, ਉਹਨਾਂ ਚਿਰ ਉਹਨਾਂ ਨੂੰ ਕਿੰਨੇ ਹੀ ਸਾਲ ਮਿਲ ਜਾਂਦੇ ਨੇ ਉਸ ਲੈਂਗੁਏਜ ਦੀ ਪ੍ਰੈਕਟਿਸ ਕਰਨ ਵਾਸਤੇ। ਤਾਂ ਇਸ ਤਰੀਕੇ ਨਾਲ ਹੌਲੀ ਹੌਲੀ ਕੀ ਹੈਗੇ ਉਹ ਇਸ ਲੈਂਗੁਏਜ ਦੇ ਕੀ ਨੇਗੇ, ਮਾਸਟਰ ਬਣ ਜਾਂਦੇ ਨੇ, ਮਤਲਬ ਕਿ ਉਹ ਲੈਂਗੁਏਜ ਦੇ ਵਿੱਚ ਫਲੂਐਂਟ ਹੋ ਜਾਂਦੇ ਆ। ਇਨ ਯੋਰ ਓਪੀਨੀਅਨ, what should people do if they want to get familiar with new or foreign language? People can learn foreign language by a blend of several initiatives. Firstly, they can join language coaching classes where they get learning and disciplined ambience. When they compare themselves with their counterparts, they can start easily communicating others. Simultaneous to this, they get an opportunity to learn with competent language trainers who have several methods to teach in a systematic way. Secondly, learners can take the help of the internet. ਜੀ ਤੁਹਾਡੇ ਓਪੀਨੀਅਨ ਦੇ ਵਿੱਚ ਜੇ ਕਿਸੇ ਨੇ ਲੈਂਗੁਏਜ ਸਿੱਖਣੀ ਹੈ ਕੋਈ, ਤਾਂ ਉਹਨੂੰ ਕਿਹੜੇ ਮੈਥਡਸ ਦੇ ਰਾਹੀਂ ਉਹ ਲੈਂਗੁਏਜ ਸਿੱਖ ਸਕਦਾ, ਕਿਵੇਂ ਨਵੀਂ ਲੈਂਗੁਏਜ ਸਿੱਖ ਸਕਦਾ? ਤਾਂ ਇਸ ਦੇ ਵਿੱਚ ਜਿਹੜਾ ਆਨਸਰ ਹੈ ਉਹਦੇ ਵਿੱਚ ਇਹ ਲਿਖਿਆ ਬਲੈਂਡ ਆਫ ਸੈਵਰਲ ਇਨੀਸ਼ੀਏਟਿਵਜ਼। ਬਲੈਂਡ ਦਾ ਮਤਲਬ ਮਿਕਸਚਰ, ਕੰਬੀਨੇਸ਼ਨ, ਇਨੀਸ਼ੀਏਟਿਵਜ਼ ਮਤਲਬ ਮੈਥਡ, ਕਈ ਮੈਥਡਾਂ ਦੇ ਸੰਯੋਗ ਤੋਂ, ਕਈ ਮੈਥਡਾਂ ਦੇ ਨਾਲ ਇਹ ਕੀ ਹੈਗਾ ਲੈਂਗੁਏਜ ਨੂੰ ਸਿੱਖ ਸਕਦਾ। ਪਹਿਲਾ ਕੀ ਹੈ ਕਿ ਉਹਨੂੰ ਲੈਂਗੁਏਜ ਕੋਚਿੰਗ ਕਲਾਸਾਂ ਨੇ ਜਿਹੜੀਆਂ ਉਹ ਜੁਆਇਨ ਕਰ ਸਕਦਾ, ਜਿੱਥੇ ਉਹਨੂੰ ਇੱਕ ਲਰਨਿੰਗ ਐਂਬੀਐਂਸ ਮਤਲਬ ਮਾਹੌਲ, ਇੱਕ ਸਿੱਖਣ ਦਾ ਮਾਹੌਲ ਮਿਲ ਜਾਂਦਾ, ਡਿਸਿਪਲਿਨਡ ਐਂਬੀਐਂਸ ਮਿਲ ਜਾਂਦਾ ਹੈ। ਜਦੋਂ ਉਹ ਆਪਣੇ ਆਪ ਨੂੰ ਲੈਂਗੁਏਜ ਬੋਲਦੇ ਹੋਏ ਆਪਣੇ ਸਾਥੀਆਂ ਦੇ ਨਾਲ, ਆਪਣੇ ਕਾਊਂਟਰ ਪਾਰਟਸ ਦੇ ਨਾਲ ਕੰਪੇਅਰ ਕਰਦਾ, ਤਾਂ ਉਹ ਲੈਂਗੁਏਜ ਜਿਹੜੀ ਦੂਸਰਿਆਂ ਦੇ ਨਾਲ ਕਮਿਊਨੀਕੇਟ ਕਰਨਾ ਉਸ ਲੈਂਗੁਏਜ ਦੇ ਵਿੱਚ ਉਹ ਈਜ਼ਲੀ ਸਟਾਰਟ ਕਰ ਦਿੰਦਾ ਹੈ। ਸਾਈਮਲਟੇਨੀਅਸ ਟੂ ਦਿਸ, ਇਸ ਦੇ ਨਾਲ ਹੀ ਉਹਨੂੰ ਇੱਕ ਮੌਕਾ ਮਿਲ ਜਾਂਦਾ ਹੈ ਉੱਥੇ ਜਦੋਂ ਲੈਂਗੁਏਜ ਕੋਚਿੰਗ ਕਲਾਸਿਸ ਜੁਆਇਨ ਕਰੂਗਾ। ਕੰਪੀਟੈਂਟ ਮਤਲਬ ਕੁਸ਼ਲ, ਐਕਸਪਰਟ, ਮਾਹਰ ਲੈਂਗੁਏਜ ਟ੍ਰੇਨਰ ਹੋਣਗੇ, ਜਿਹੜੇ ਲੈਂਗੁਏਜ ਸਿਖਾਉਣ ਵਾਲੇ ਟੀਚਰ ਹੋਣਗੇ, ਉਹਨਾਂ ਦੇ ਨਾਲ ਲੈਂਗੁਏਜ ਸਿੱਖਣ ਦਾ ਉਹਨੂੰ ਮੌਕਾ ਮਿਲ ਜਾਂਦਾ, ਜਿਨ੍ਹਾਂ ਕੋਲ ਬਹੁਤ ਸਾਰੇ ਮੈਥਡਸ ਹੁੰਦੇ ਨੇ ਇੱਕ ਸਿਸਟੇਮੈਟਿਕ ਵੇ ਦੇ ਨਾਲ ਟੀਚ ਕਰਵਾਉਣ ਦੇ। ਸੈਕਿੰਡਲੀ, ਉਹਨੂੰ ਜਿਹੜਾ ਲਰਨਰ ਹੋਊਗਾ, ਲੈਂਗੁਏਜ ਸਿੱਖ ਰਿਹਾ ਹੋਊਗਾ, ਉਹ ਇੰਟਰਨੈਟ ਦੀ ਵੀ ਹੈਲਪ ਲੈ ਸਕਦਾ ਹੈ। ਨਾਓ ਲੁੱਕ ਐਟ ਸਮ ਵੋਕੈਬਲਰੀ ਵਰਡਸ। The first one is hone. Hone means polish, nikharna. Second is initially. Initially means at the beginning. Then an uphill task, ਔਖਾ ਕੰਮ. A need of an hour, ਅੱਜ ਦੀ ਜ਼ਰੂਰਤ. Vital means important. Foreign turf means foreign land, ਵਿਦੇਸ਼ੀ ਧਰਤੀ. Enhance means increase. Horizons of knowledge means knowledge ਦਾ ਦਾਇਰਾ.
ਕੁਇੰਚ ਮੀਨਜ਼ ਬੁਝਾਉਣਾ, ਪਿਆਸ ਬੁਝਾਉਣ ਦੇ ਲਈ ਕੁਇੰਚ ਵਰਡ ਯੂਜ਼ ਕੀਤਾ ਜਾਂਦਾ ਹੈ। ਐਗਜ਼ੋਟਿਕ ਕਲਚਰ ਮੀਨਜ਼ ਵਿਦੇਸ਼ੀ ਕਲਚਰ। ਰਿਸੈਪਟਿਵ ਮੀਨਜ਼ ਗ੍ਰਹਿਣ ਕਰਨ ਵਾਲੇ, ਜਿਹੜੇ ਚੀਜ਼ ਨੂੰ ਗ੍ਰਹਿਣ ਕਰ ਲੈਂਦੇ ਨੇ, ਓਬਜ਼ਰਵ ਕਰ ਲੈਂਦੇ ਨੇ, ਉਹਨਾਂ ਨੂੰ ਰਿਸੈਪਟਿਵ ਕਹਿੰਦੇ ਆ। ਇਮੀਟੇਟਰ ਮਤਲਬ ਦੂਸਰਿਆਂ ਨੂੰ ਕਾਪੀ ਕਰਨ ਵਾਲਾ। ਰਿਲੈਕਟੈਂਟ ਮੀਨਜ਼ ਝਿਜਕਣਾ। ਗ੍ਰੈਬ ਮੀਨਜ਼ ਕਿਸੇ ਚੀਜ਼ ਨੂੰ ਕੈਚ ਕਰਨਾ। ਇਨੀਸ਼ੀਏਟਿਵਜ਼ ਮੈਥਡਜ਼। ਬਲੈਂਡ ਦਾ ਮੀਨਜ਼ ਹੁੰਦਾ ਹੈ ਕੋਂਬੀਨੇਸ਼ਨ। ਐਂਬੀਐਂਸ ਮੀਨਜ਼ ਮਾਹੌਲ। ਕਾਊਂਟਰ ਪਾਰਟਸ ਮੀਨਜ਼ ਬਰਾਬਰ ਦੇ ਅਹੁਦੇ ਵਾਲੇ। ਸਾਈਮਲਟੇਨੀਅਸ ਮੀਨਜ਼ ਸਾਈਡ ਬਾਈ ਸਾਈਡ, ਨਾਲ ਦੀ ਨਾਲ, ਕਿ ਦੋ ਕੰਮ ਇਕੱਠੇ ਕਰਨੇ, ਜਿਵੇਂ ਨਾਲ ਦੀ ਨਾਲ। ਸਾਈਮਲਟੇਨੀਅਸ ਟੂ ਦਿਸ, ਜਿਵੇਂ ਆਪਾਂ ਨੇ ਇਸ ਦੇ ਉੱਪਰ ਯੂਜ਼ ਕੀਤੇ ਨੂੰ ਐਜ਼ ਏ ਕਨੈਕਟਰ ਯੂਜ਼ ਕਰ ਲੈਂਦੇ ਨੇ, ਜਿਵੇਂ ਇੱਕ ਪੁਆਇੰਟ ਪਹਿਲਾਂ ਦੱਸਤਾ, ਇਹਦੇ ਨਾਲ ਹੀ ਆਪਾਂ ਆਹ ਵੀ ਕੰਮ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ ਕੰਪੀਟੈਂਟ। ਕੰਪੀਟੈਂਟ ਮੀਨਜ਼ ਕੁਸ਼ਲ, ਹਾਈਲੀ ਸਕਿੱਲਫੁਲ। ਐਕਸਪਰਟ ਪਰਸਨ ਨੂੰ ਕੰਪੀਟੈਂਟ ਕਹਿ ਦਿੰਦੇ ਆ। ਦੈਟਸ ਆਲ। ਥੈਂਕ ਯੂ ਫॉर ਵਾਚਿੰਗ।